C&B क्रिकेट अकादमी होशियारपुर के मैनेजिंग डायरेक्टर व क्रिकेट नेशनल कोच बलराज सिंह बल्लू से दलजीत अजनोहा की ओर से की गई विशेष बातचीत। क्या कहा उन्होंने, आओ देखते हैं PNI मानव पर। स्पॉन्सर है TVS नाम ना निकल जाए पीछे से पाइप आए सर स्पेशल असी कि ये ना कभी जिंदगी च दीवार गए और ये पीछे अच्छा अच्छा तुम्हारा देखो देखो ध्यान है नहीं एज यू विश सर सानू देखो सानू तो असं प्लेयर है बंदे हैं सानू तो ग्राउंड जो मजा ही है वो तो कितने मजा ही है नहीं ਜੇ ਤੁਸੀਂ ਬੈਠਣਾ ਚਾਹੁੰਦੇ ਤੇ ਮੇਰਾ ਆਫਿਸ ਵਿੱਚ ਬੈਠਣੀ ਹੈ बैठे कर नहीं साड़ी तो बैठ जाऊंगी आ शॉट कर ले ਉਹ ਵੀ ਇੱਕ VIP ਲੌਂਜ ਹੈ भाई वो देखो VIP लॉन्च दिखा रहे हैं जी ਸਾਡੇ ਆਪਣੇ ਦਿਖਾ ਰਹੇ ਆਪਾਂ ਇੱਕ ਕੁਛ ਇੱਦਾਂ ਦੇ ਪਲੇਅਰ ਆਣੇ ਆ ਜਿਹਦੇ ਵਿੱਚ ਲੇਡੀਜ਼ ਹੋਣੀ ਹੈ ਵੀ ਹਰ ਲੇਡੀ ਤੇ ਕਈ ਵਾਰੀ ਇੱਥੇ ਬੈਠ ਨਹੀਂ ਸਕਦੀ ਤੇ ਅਸੀਂ ਉਹਨਾਂ ਵਾਸਤੇ ਉਹਨਾਂ ਨੂੰ VIP ਲੌਂਜ ਦੇ ਦੇਣਾ ਉੱਥੋਂ ਬੈਸਟ ਵੀਊ ਦੇਖਣਾ ਬੈਸਟ ਵੀਊ ਮਤਲਬ ਤੁਸੀਂ ਸਟੇਡੀਅਮ 'ਚ ਇੱਦਾਂ ਫੀਲ ਹੁੰਦਾ ਕਿਉਂਕਿ ਹਾਈਟ ਬਹੁਤ ਹੋ ਗਈ हाँ जी सर एक मिनट मैं चलो बंद कर ले आओ जी मेन पंगी जो आ वो जड़ा रतन होना को आ वो पंगी जो या फेमस ਉਹੀ है सर वही आ वो तो बहुत पंगी ਜਦੋਂ ਕਿਤੇ ਆਉਂਦਾ ਵਾਹਿਗੁਰੂ ਇਹ ਪਬਲਿਕ ਹੈ ਗਲੀ भाई ਪਲੇਅਰਾਂ ਲਈ ਇਹ ਪਬਲਿਕ ਲਈ ਇਹ ਹੈ ਨਾਲ ਸਾਡਾ ਸਟੋਰ ਹੈ ਸਟੋਰ ਦੀ ਬਣਾ ਲਓ ਇਹਦੇ ਵਿੱਚ ਰੋਲਰ ਖੜਾ ਹੁੰਦਾ अच्छा जी ਗ੍ਰਾਸ ਮੂਵਰ ਸਾਰਾ ਜਿੰਨਾ ਸਮਾਨ ਹੈ ਫਲੈਕਸਾਂ ਵਗੈਰਾ ਸਾਰਾ ਕੁਝ ਇਹਦੇ ਵਿੱਚ ਇਹ ਜਿਹੜਾ ਪਾਣੀ ਹੈ ਇਹ ਤਾਂ ਤੁਸੀਂ ਤੋਂ ਰੋਜ਼ਾਨਾ ਲਾਉਣੇ ਗਰਾਊਂਡ ਨੂੰ ਮੇਨਟੇਨ ਰੋਜ਼ਾਨ ਸਰ ਰੋਜ਼ਾਨਾ ਹੀ ਰੋਜ਼ਾਨਾ ਤੇ ਇਹਦੀ ਹੋਰ ਫਿਰ ਤੁਸੀਂ ਕਿਸ ਤਰ੍ਹਾਂ ਖੇਡ ਵਧਾਉਣ ਦੀ ਸਫਾਈ ਕਰਦੇ ਹੋ ਇਹ ਨਾ ਸਰ ਗ੍ਰਾਸ ਮੂਵਰ ਕਟਿੰਗ ਕਰਦੇ ਹਾਂ ਅੱਛਾ ਰੋਲ ਚਲਾਉਂਦੇ ਆ ਉਹ ਤੇ ਰੋਲਰ ਹੈ ਠੀਕ ਹੈ ਜੀ ਔਰ ਸਾਡੇ ਕੋਲ ਜਿਹੜਾ ਹੈਗਾ ਮਸ਼ੀਨੀ ਜਿਹੜਾ ਰੋਲਰ ਹੈ ਜਿਹੜਾ ਸਾਡੇ ਕੋਲ ਕਟਿੰਗ ਗ੍ਰਾਸ ਮੂਵਰ ਉਹ ਵੀ ਹੋਂਡੇ ਦਾ ਇੰਜਨ ਲੱਗਿਆ ਉੱਤੇ ਉਹ ਪੈਟਰੋਲ ਤੇ ਹੈ ਡੀਜ਼ਲ ਤੇ ਹੈ ਅੱਛਾ ਜੀ ਔਰ ਪੈਟਰੋਲ ਡੀਜ਼ਲ ਅਸੀਂ ਸਰ ਮਤਲਬ ਅੱਛਾ ਜਿਹੜੇ ਤੁਸੀਂ ਇਹ ਗ੍ਰਾਸ ਕਟਿੰਗ ਕਰਦੇ ਹੋ ਜਾਂ ਹੋਰ ਗਰਾਊਂਡ ਨੂੰ ਪਾਣੀ ਲਗਾਉਣ ਇਹ ਤੁਹਾਡੇ ਜਿਹੜੇ ਇਹ ਪਲੇਅਰ ਆ ਜਾਂ ਮਤਲਬ ਦੂਸਰੇ ਜਿਹੜੇ ਸਪੋਰਟਸ ਉਹੀ ਆ ਜਾਂ ਨਹੀਂ ਸਾਡੇ ਲਈ ਸਰ ਗਰਾਊਂਡਮੈਨ ਰੱਖਿਆ ਸੀ ਗਰਾਊਂਡਮੈਨ ਰੱਖਿਆ ਸਾਡਾ ਗਰਾਊਂਡਮੈਨ ਉਹ ਦੇਖੋ ਉਹ ਗਰਾਊਂਡਮੈਨ ਕੰਮ ਕਰਦਾ ਪਿਆ ਉਹ ਗਰਾਊਂਡਮੈਨ ਦਾ ਕੰਮ ਹੀ ਇਹੀ ਹੈ ਅਸੀਂ ਉਹ ਕਰਦਾ ਜੀ ਜਿਹੜੇ ਬੱਚੇ ਆ ਉਹ ਸਿਰਫ ਇੱਕ ਹਾਂ ਨੋ ਡਾਊਟ ਛੋਟੀ ਐਕਟੀਵਿਟੀ ਕਰਦੇ ਆ ਜਿਹਦਾ ਘਾਹ ਕੱਟਦਾ ਉਹਨਾਂ ਨੂੰ ਚੱਕ ਕੇ ਇਕੱਠਾ ਕਰਕੇ ਬਾਹਰ ਛੱਡਦਾ ਜਿਹੜੇ ਪਾਈਪ ਲਗਾਉਣਾ ਤਾਂ ਪਾਈਪ ਨਾਲ ਫੜਾਦਾ ਬਸ ਇਸ ਤੋਂ ਵੱਡੇ ਜ਼ਿਆਦਾ ਨਹੀਂ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਕੋਈ ਵਿਅਕਤੀ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਪਰ ਜਦੋਂ ਨੌਜਵਾਨਾਂ ਦੀ ਗੱਲ ਕਰਦਾ ਨੌਜਵਾਨਾਂ ਦੇ ਭਵਿੱਖ ਦੀ ਗੱਲ ਕਰਦਾ ਹੈ ਤਾਂ ਅਸੀਂ ਉਹਦੇ ਨਾਲ ਅਪਰੋਚ ਕਰਕੇ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਦਾ ਆਦੇਸ਼ ਕੀ ਆ ਉਹ ਕੰਮ ਕਰਨ ਦਾ ਸਟਾਈਲ ਕਹਿ ਲਓ ਕੀ ਕੰਮ ਕਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੇ ਆਵਾਮ ਤੱਕ ਪਹੁੰਚਾਉਂਦੇ ਹਾਂ ਕਿ ਤਾਂ ਕਿ ਉਹਨਾਂ ਵੱਲੋਂ ਕੀਤੀ ਜਾਏ ਕੋਸ਼ਿਸ਼ ਜਿਹੜੀ ਹੈ ਲੋਕਾਂ ਤੱਕ ਪਹੁੰਚੇ ਔਰ ਲੋਕ ਉਸ ਕੋਸ਼ਿਸ਼ ਨੂੰ ਲੈ ਕੇ ਆਪ ਵੀ ਇਸ ਤਰ੍ਹਾਂ ਦਾ ਕੋਈ ਕੰਮ ਦਾ ਉਪਰਾਲਾ ਕਰਨ। ਸੋ ਇਸੇ ਲੜੀ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਕ੍ਰਿਕਟ ਕੋਚ ਬਲਰਾਜ ਸਿੰਘ ਬੱਲੂ ਜੀ ਦੇ ਨਾਲ। ਅਸੀਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਹੁਣ ਤੱਕ ਸਟਾਰਟਿੰਗ ਤੋਂ ਲੈ ਕੇ ਟਿਲ ਟਾਈਮ ਤੱਕ ਉਹਨਾਂ ਦੀ ਕਿਹੜੀ ਅਚੀਵਮੈਂਟਸ ਰਹੀ ਆ, ਉਹਨਾਂ ਨੇ ਕੀ ਪੜ੍ਹਾਈ ਕੀਤੀ ਹੈ, ਕਿੰਨੇ ਉਹਨਾਂ ਨੇ ਪਲੇਅਰ ਜਿਹੜੇ ਪੈਦਾ ਕੀਤੇ ਆ ਔਰ ਕਿਹੜੇ ਵੱਖ-ਵੱਖ ਮੁਕਾਮ ਤੇ ਹਾਜ਼ਰ ਨੇ। ਬੱਲੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ। ਬਹੁਤ ਥੈਂਕ ਯੂ ਵੈਰੀ ਮਚ। ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਿ ਤੁਸੀਂ ਸਾਡੇ C&B ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਆਏ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦਾ ਜੀ। ਤੇ ਬਾਕੀ
ਤੁਸੀਂ ਪੁੱਛੋ ਜੀ ਜੋ ਸਾਡੇ ਬਲੂ ਸਾਹਿਬ ਹਾਂਜੀ। ਸਭ ਤੋਂ ਪਹਿਲਾਂ ਤਾਂ CNB ਦੀ ਤੁਸੀਂ ਗੱਲ ਕੀਤੀ ਹੈ, ਤੁਹਾਡੀ ਅਕੈਡਮੀ ਦੀ ਗੱਲ ਕੀਤੀ ਹੈ ਜੀ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡੀ ਯੋਗਤਾ, ਤੁਹਾਡੀ ਪੜ੍ਹਾਈ ਕੀ? ਹਾਂਜੀ, ਮੇਰੀ ਸਰ ਮੈਂ ਪੋਸਟ ਗ੍ਰੈਜੂਏਟ ਹੈਗਾ ਔਰ ਨਾਲ DPEd ਕੀਤੀ ਹੈ ਔਰ ਮੈਂ ਉਸ ਤੋਂ ਬਾਅਦ ICC ਲੈਵਲ 1 ਮੈਂ ਕੀਤਾ ਹੈਗਾ 2017 ਦੇ ਵਿੱਚ। ਇਹ ਜਿਹੜੀ ਕ੍ਰਿਕਟ ਕੋਚ ਨੂੰ ਤੁਸੀਂ ਚੁਣਿਆ ਐਜ ਏ ਕ੍ਰਿਕਟ ਕੋਚ ਵਜੋਂ, ਕ੍ਰਿਕਟ ਨੂੰ ਹੀ ਅਪਣਾਇਆ, ਹੋਰ ਬਹੁਤ ਸਾਰੀਆਂ ਗੇਮਸ ਹੈਗੀਆਂ ਜਿਹੜੀਆਂ ਪੰਜਾਬ ਦੀਆਂ ਮਸ਼ਹੂਰ ਫੇਮਸ ਆ, ਜਿਨ੍ਹਾਂ ਦੇ ਵਿੱਚ ਭਵਿੱਖ ਵੀ ਆ, ਫੁੱਟਬਾਲ ਆ, ਕਬੱਡੀ ਆ, ਹੋਰ ਜਿਹੜੀਆਂ, ਤੁਸੀਂ ਕ੍ਰਿਕਟ ਨੂੰ ਹੀ ਕਿਉਂ ਚੁਣਿਆ? ਕਿਉਂਕਿ ਇਹ ਕ੍ਰਿਕਟ ਨੂੰ ਚੁਣਨ ਦਾ ਇੱਕ ਬਹੁਤ ਵੱਡਾ ਇੱਕ ਮੇਰਾ ਕਾਰਨ ਇਹ ਸੀਗਾ ਕਿਉਂਕਿ ਮੇਰੇ ਅੰਡਰ ਰਤਿੰਦਰ ਸਿੰਘ ਸੋਢੀ 1991 ਦੇ ਵਿੱਚ ਅੰਡਰ 16 ਮਤਲਬ ਮੇਰੇ ਅੰਡਰ ਖੇਲਿਆ ਜਦੋਂ ਮੈਂ ਪੰਜਾਬ ਦਾ ਕਪਤਾਨ ਸੀਗਾ। ਉਸ ਤੋਂ ਬਾਅਦ ਯੁਵਰਾਜ ਖੇਲਿਆ 1998 ਦੇ ਵਿੱਚ, 2000 ਦੇ ਵਿੱਚ ਮੇਰਾ ਅੰਡਰ ਦਿਨੇਸ਼ ਮੋਂਗਿਆ ਖੇਲਿਆ। ਜਦੋਂ ਮੈਂ ਇਹ ਸੋਚਿਆ ਕਿ ਅਗਰ ਐਡੇ ਵੱਡੇ ਪਲੇਅਰ ਮੇਰੇ ਅੰਡਰ ਖੇਲ ਸਕਦੇ ਔਰ ਉਸ ਤੋਂ ਬਾਅਦ ਉਹ ਇੰਡੀਆ ਖੇਲ ਸਕਦੇ ਆ, ਇਹਦੇ ਵਿੱਚ ਮੇਰੇ ਪਰਮਾਤਮਾ ਨੇ ਕਿਤੇ ਨਾ ਕਿਤੇ ਮੈਨੂੰ ਇੰਨੀ ਐਬਿਲਿਟੀ ਦਿੱਤੀ ਸੀਗੀ ਕਿ ਉਹ ਸ਼ਾਇਦ ਮੈਂ ਆਪਣੇ ਤੇ ਨਾ ਇੰਪਲੀਮੈਂਟ ਕਰ ਪਾਇਆ। ਪਰ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਕਿਸੇ ਨੂੰ ਵੀ ਪਲੇਅਰ ਤਿਆਰ ਕਰਕੇ ਉਹ ਇੰਡੀਆ ਵਾਸਤੇ ਮੈਂ ਖਿਲਾ ਸਕਦਾ। ਇਸ ਕਰਕੇ ਮੈਂ ਇਸ ਪੈਸ਼ਨ ਨੂੰ ਕੰਟੀਨਿਊ ਰੱਖਿਆ। ਮੈਂ ਕ੍ਰਿਕਟ ਨੂੰ ਨੈਗੇਟਿਵ ਨਹੀਂ ਸੋਚਿਆ ਕਿ ਮੈਂ ਆਪ ਪੰਜਾਬ ਖੇਲਿਆ ਜੀ, ਮੈਂ ਕੁਝ ਨਹੀਂ ਬਣਿਆ ਤਾਂ ਕ੍ਰਿਕਟ ਮੇਰੇ ਲਈ ਗਲਤ ਹੈ। ਨਹੀਂ, ਮੈਂ ਇਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਿਆ ਕਿ ਨਹੀਂ, ਮੈਨੂੰ ਕ੍ਰਿਕਟ ਹੀ ਖਿਲਾਣੀ ਚਾਹੀਦੀ ਹੈ ਕਿਉਂਕਿ ਇਹਨੂੰ ਮੈਂ ਜ਼ਿਆਦਾ ਜਾਣਦਾ, ਮੈਂ ਆਪਣੀ ਲਾਈਫ ਇਹਨੂੰ ਜ਼ਿਆਦਾ ਦਿੱਤੀ ਹੈ, ਮੈਨੂੰ ਇਹਦਾ ਐਕਸਪੀਰੀਅੰਸ ਜ਼ਿਆਦਾ ਆ, ਉਹਨੂੰ ਮੈਂ ਪੋਜ਼ਿਟਿਵ ਲੈ ਕੇ ਇਸ ਕਰਕੇ ਫਿਰ ਮੈਂ ਕੋਚਿੰਗ ਸ਼ੁਰੂ ਕੀਤੀ 2000। ਕੋਚ ਸਾਹਿਬ, ਤੁਸੀਂ ਗੱਲ ਕੀਤੀ ਪ੍ਰਮੁੱਖ ਜਿਹੜੇ ਕ੍ਰਿਕਟਰ ਨੇ ਉਹਨਾਂ ਦੀ ਗੱਲ ਕੀਤੀ, ਤੁਹਾਡੇ ਅੰਡਰ ਤੁਹਾਡੀ ਸੁਪਰਵਿਜ਼ਨ ਵਿੱਚ ਖੇਡੇ, ਪਰ ਸਾਡਾ ਇਹ ਗੱਲ ਆ ਵੀ ਤੁਸੀਂ ਜਿਹੜਾ ਆ ਕ੍ਰਿਕਟ ਨੂੰ ਅਡਾਪਟ ਕਦੋਂ ਕੀਤਾ ਔਰ ਕਿਹੜੀ ਪੜ੍ਹਾਈ ਤੋਂ ਬਾਅਦ ਤੁਸੀਂ ਸਟਾਰਟਿੰਗ ਕ੍ਰਿਕਟ ਲਈ ਕਦੋਂ ਆਏ? ਮੇਰਾ ਬਰਥ ਜਿਹੜਾ ਹੈਗਾ ਤਲਵਾੜੇ ਦਾ ਹੈਗਾ ਜੀ। ਮੇਰੇ ਜਿਹੜੇ ਕੋਚ ਸਾਹਿਬ ਹੈਗੇ SS ਰਾਂਡਾ ਜੀ, ਜੇ ਮੈਂ ਉਹਨਾਂ ਦਾ ਮੈਂ ਅੱਗੇ ਇੱਦਾਂ ਹੱਥ ਲਾ ਕੇ ਕੰਨਾਂ ਨੂੰ ਮੈਂ ਉਹਨਾਂ ਦਾ ਨਾਮ ਲੈਂਦਾ ਕਿਉਂਕਿ ਉਹੀ ਮੇਰੇ ਇਹ ਦਾਤਾ, ਜਨਮਦਾਤਾ ਕਹਿ ਲਓ। ਜਨਮਦਾਤਾ ਮੇਰਾ ਫਾਦਰ ਹੈ ਪਰ ਕਰਮਦਾਤਾ ਮੇਰਾ ਗੁਰੂ ਜੀ ਸੀਗੇ। ਉਹਨਾਂ ਨੇ ਮੈਂ ਉਸ ਵੇਲੇ ਸਰ ਜਸਟ 4th ਕਲਾਸ ਸੀਗਾ ਜਦੋਂ ਮੈਂ ਕ੍ਰਿਕਟ ਸ਼ੁਰੂ ਕਰ ਦਿੱਤੀ ਸੀ ਤਲਵਾੜੇ, ਤੇ ਉਸ ਨੂੰ ਮੈਂ ਕ੍ਰਿਕਟ ਨੂੰ ਮੈਂ ਦੇਖਦਾ ਸੀ ਗਰਾਊਂਡ ਦੇ ਵਿੱਚ, ਉਹਨਾਂ ਦੇ ਨਾਲ ਜਾਂਦਾ ਸੀ। ਫਿਰ ਉਹ ਮੈਨੂੰ ਲੈ ਬਿਠਾ ਕੇ ਨਾਲ ਉਹ YCC ਯੰਗ ਕ੍ਰਿਕਟ ਕਲੱਬ ਹੁੰਦੀ ਸੀਗੀ, ਉਹਦੇ ਤੇ ਮੈਂ ਪ੍ਰੈਕਟਿਸ ਉਹਨਾਂ ਦੇ ਨਾਲ ਕਰਦਾ ਸੀਗਾ। ਗੁਰੂ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆਪਣੇ ਸਟਾਰਟਿੰਗ ਦੀ ਗੱਲ ਕੀਤੀ, 4th ਤੋਂ ਲੈ ਕੇ ਤੁਸੀਂ ਸ਼ੁਰੂ ਕੀਤੀ, ਮੇਰੇ ਪ੍ਰਮੁੱਖ ਕ੍ਰਿਕਟਰਸ ਦੀ ਗੱਲ ਕੀਤੀ, ਇਹਦੇ ਵਿੱਚ ਬਹੁਤ ਵੱਡਾ ਫਾਸਲਾ ਆਇਆ। ਇਸ ਫਾਸਲੇ ਦੇ ਦੌਰਾਨ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਆਈਆਂ ਜਾਂ ਇਹਨੂੰ ਤੁਸੀਂ ਕਿਸ ਤਰ੍ਹਾਂ ਪਾਸ ਕੀਤਾ? ਉਹ ਜਿਹੜੀਆਂ ਮੁਸ਼ਕਲਾਂ ਤੁਸੀਂ ਇਸ ਮੁਕਾਮ ਤੱਕ ਪਹੁੰਚਣ ਲਈ ਕਿ ਕਿੰਨੀ ਕੁ ਮਿਹਨਤ ਕਰਨੀ ਪਈ ਔਰ ਕਿਹੜੀ ਜਗ੍ਹਾ ਤੇ ਕਿਸ ਤਰ੍ਹਾਂ ਤੁਸੀਂ ਅਪਰੋਚ ਕੀਤੀ ਔਰ ਕਿਸ ਤਰ੍ਹਾਂ ਖੇਡੇ ਤੇ ਇਸ ਮੁਕਾਮ ਤੇ ਪਹੁੰਚੇ? ਹਾਂਜੀ, ਬਹੁਤ ਮੁਸ਼ਕਲਾਂ ਆਈਆਂ, ਬਹੁਤ ਮੁਸ਼ਕਲ ਸੀਗਾ ਕਿਉਂਕਿ ਜਿਹੜਾ ਸਾਰਾ ਡਿਸਟ੍ਰਿਕਟ ਹੁਸ਼ਿਆਰਪੁਰ ਹੈ, ਮੈਂ 89 ਦੇ ਵਿੱਚ ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਅੰਡਰ 17 ਔਰ 19 ਖੇਲਿਆ। ਉਸ ਵੇਲੇ ਮਤਲਬ ਕਪੂਰ ਜੀ ਸਾਡੇ ਜਿਹੜੇ ਸੈਕਟਰੀ ਸੀਗੇ ਤੇ ਅਰੁਣ ਬੇਦੀ ਸਾਡੇ ਕੋਚ ਸਾਹਿਬ ਸੀਗੇ, ਤੇ ਉਹਨਾਂ ਨੇ ਜਦੋਂ ਮੈਨੂੰ ਪਹਿਲੀ ਵਾਰੀ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਯਾਰ, ਤੂੰ ਬਹੁਤ ਅੱਛਾ ਪਲੇਅਰ ਹੈ, ਤੂੰ ਇਹਦਾ ਕਰ, ਤੂੰ ਜਲੰਧਰ ਚਲੇ ਜਾ ਜਾਂ ਪਟਿਆਲੇ ਚਲੇ ਜਾ। ਤਾਂ ਦੋਨਾਂ ਦੇ ਵਿੱਚੋਂ ਮੈਂ ਜਲੰਧਰ ਚੂਜ਼ ਕੀਤਾ। ਸਾਇੰਸ ਸਕੂਲ ਮੈਂ ਐਡਮਿਸ਼ਨ ਲੈ ਲਈ। ਉੱਥੇ ਰਹਿਣਾ ਬਹੁਤ ਮੁਸ਼ਕਿਲ ਸੀ, ਹੋਸਟਲ ਨਹੀਂ ਸੀਗਾ, ਮੈਂ ਯਾਰਾਂ ਦੋਸਤਾਂ ਦੇ ਘਰ ਰਿਹਾ। ਮੈਂ ਬਹੁਤ ਸਾਰੇ ਲੋਕਾਂ ਨੇ ਮੇਰੀ ਮਦਦ ਕੀਤੀ ਕਿਉਂਕਿ ਇੱਕ ਟਾਈਮ ਇੱਦਾਂ ਦਾ ਸੀਗਾ ਕਿ ਮੇਰੀ ਗਰਾਊਂਡ ਦੇ ਵਿੱਚ ਘੱਟ ਲੜਾਈ ਸੀ, ਬਾਹਰ ਬੜੀ ਮੇਰੀ ਜ਼ਿਆਦਾ ਲੜਾਈ ਸੀ ਕਿਉਂਕਿ ਬਾਹਰ ਰਹਿਣਾ ਇੰਨਾ ਆਸਾਨ ਨਹੀਂ ਹੈਗਾ ਬਗੈਰ ਕਿਸੇ ਗਾਈਡੈਂਸ ਤੋਂ, ਬਗੈਰ ਹੋਸਟਲ ਤੋਂ। ਬਟ ਫਿਰ ਵੀ ਐਂਡ ਆਫ ਦਾ ਡੇ ਮੈਂ ਉਹ ਸਾਰੇ ਦੋਸਤਾਂ ਦਾ ਜਿੰਨੇ ਵੀ ਮੇਰੇ ਇਸ ਦੌਰਾਨ, ਇਹ ਜਰਨੀ ਦੌਰਾਨ ਜਿਹੜੇ ਵੀ ਮਿਲੇ, ਉਹਨਾਂ ਨੇ ਮੇਰਾ ਬਹੁਤ ਹੈਲਪ ਕੀਤੀ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਨੇ ਬਹੁਤ ਜ਼ਿਆਦਾ ਮੇਰੀ ਪੈਸੇ ਵੱਲੋਂ, ਰੋਟੀ ਵੱਲੋਂ, ਕੱਪੜੇ ਵੱਲੋਂ ਮਦਦ ਕੀਤੀ ਹੈਗੀ ਹੈ। ਮੈਂ ਇਸ ਕਰਕੇ ਫਿਰ ਮੈਂ ਹੌਲੀ ਮੈਂ ਕਹਿੰਦਾ ਮੈਂ 89 ਚ ਇੱਥੋਂ ਮੈਂ ਗਿਆ ਔਰ 90 ਦੇ ਵਿੱਚ ਮੈਂ ਸਿਰਫ ਪੰਜਾਬ ਕੇ ਗਿਆ ਸੀਗਾ ਜਲੰਧਰ ਤੋਂ। ਬੱਲੂ ਸਾਹਿਬ, ਤੁਸੀਂ ਆਪਣੇ ਪਿਛੋਕੜ ਤੇ ਇੱਕ ਬਰੀਫ ਜਿਹੀ ਛੋਟੀ ਜਿਹੀ ਝਾਤ ਮਾਰੀ, ਤੁਸੀਂ ਆਪਣੇ ਪਿਛੋਕੜ ਨੂੰ ਯਾਦ ਰੱਖਿਆ, ਕਿਸ ਤਰ੍ਹਾਂ ਇਸ ਮੁਕਾਮ ਤੇ ਸਟੈਪ ਬਾਏ ਪਰਿਵਾਰ ਕੀਤਾ, ਤੁਰਸ਼ੀਆਂ ਤੇ ਤੰਗੀਆਂ ਜਾਂ ਪਰਿਵਾਰ ਦੇ ਵਿੱਚ ਕਈ ਝੇਮਿਆਂ ਦੇ ਕਾਰਨ ਜਾਂ ਕਈ ਮੁਸ਼ਕਲਾਂ ਆਉਣੀਆਂ ਪਰਿਵਾਰ ਦੇ ਵਿੱਚ, ਅਸੀਂ ਅਕਸਰ ਦੇਖਿਆ ਜਾਂਦਾ ਵੀ ਹੁੰਦੇ ਆ, ਫਿਰ ਵੀ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ। ਤੇ ਅਸੀਂ ਗੱਲ ਕਰੀਏ, ਤੁਸੀਂ ਆਪਣੇ ਇਸ ਗੁਫ਼ਤਗੂ ਤੋਂ ਪਹਿਲਾਂ ਆਪਣੀ ਗੱਲ ਕਰ ਰਹੇ ਸੀ ਵੀ ਤੁਸੀਂ ਹੁਸ਼ਿਆਰਪੁਰ ਦੇ ਹੀ 6-7 ਸਟੇਡੀਅਮ ਜਿਹੜੇ ਤਿਆਰ ਕੀਤੇ, ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਲੋਕਾਂ ਨੂੰ ਅੱਜ ਤੱਕ ਨਹੀਂ ਬਣਾ ਸਕਦੇ। ਉਹਦੇ ਵਿੱਚ ਵੱਖ-ਵੱਖ ਅਦਾਰਿਆਂ ਦੇ ਵਿੱਚ ਵੀ ਗਏ, ਤੁਹਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ, ਤੁਸੀਂ ਕਿਹੜੇ ਅਦਾਰਿਆਂ 'ਚ ਗਏ, ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਉਸ ਮੁਸ਼ੱਕਤ ਤੋਂ ਬਾਅਦ, ਉਸ ਮਿਹਨਤ ਤੋਂ ਬਾਅਦ ਤੁਸੀਂ ਇਸ ਮੁਕਾਮ ਤੇ ਪਹੁੰਚੇ? ਹਾਂਜੀ, ਬਿਲਕੁਲ। ਦੇਖੋ, ਜਦੋਂ ਮੈਂ ਗਰਾਊਂਡ ਦੀ ਗੱਲ ਕਰਦਾ, ਮੈਂ ਰੇਲਵੇ ਮੰਡੀ, ਮੈਂ ਮੇਰੀ ਕੋਚਿੰਗ ਸਟਾਰਟ ਹੁਸ਼ਿਆਰਪੁਰ ਦੇ ਵਿੱਚ ਰੇਲਵੇ ਮੰਡੀ 2000 ਚ ਹੋਈ। ਉਸ ਵੇਲੇ ਗਵਰਨਮੈਂਟ ਕਾਲਜ ਦੀ ਗਰਾਊਂਡ ਨੂੰ ਮੈਂ ਗਵਰਨਮੈਂਟ ਕਾਲਜ ਦੀ ਜਿਹੜੀ ਟੀਮ ਹੈ ਉਹਨੂੰ ਮੈਂ ਸਿਖਾਉਂਦਾ ਸੀ ਔਰ ਉੱਥੇ DPEd ਜਿਹੜੇ ਬਾਜਵਾ ਸਰ ਹੁੰਦੇ ਸੀਗੇ
ਔਰ ਉਹਨਾਂ ਨੇ ਮੈਨੂੰ ਅਲਾਉ ਕੀਤਾ ਕਿ ਨਹੀਂ ਤੁਸੀਂ ਬਹੁਤ ਯੰਗ ਪਲੇਅਰ ਹੈਗੇ, ਤੁਸੀਂ ਸਾਡੀ ਟੀਮ ਨੂੰ ਸਿਖਾਓ। ਔਰ ਮੈਂ ਗਵਰਨਮੈਂਟ ਕਾਲਜ ਦੀ ਟੀਮ ਨੂੰ ਸਿਖਾਉਂਦਾ ਹੁੰਦਾ ਸੀ, ਐਸਡੀ ਕਾਲਜ ਦੀ ਟੀਮ ਨੂੰ ਨਹੀਂ ਸਿਖਾਉਂਦਾ ਸੀ, ਪਰ ਮੈਂ ਉੱਥੇ 6 ਸਾਲ ਉੱਥੇ ਲਾਏ। ਉਸ ਤੋਂ ਬਾਅਦ ਫਿਰ HDC ਉੱਥੇ ਆ ਗਿਆ 2007 ਵਿੱਚ, ਫਿਰ ਮੈਨੂੰ ITI ਜਾਣਾ ਪਿਆ। ਉਸ ਤੋਂ ਬਾਅਦ ਫਿਰ ਮੈਨੂੰ ਪੋਲੀਟੈਕਨੀਕਲ ਜਾਣਾ ਪਿਆ। ਫਿਰ ਮੈਂ ਲਾਜਵੰਤੀ ਗਿਆ। ਉਸ ਤੋਂ ਬਾਅਦ ਫਿਰ DV ਸਕੂਲ ਗਿਆ। ਫਿਰ ਮੈਂ ਬਜਵਾੜਾ, ਉਸ ਤੋਂ ਬਾਅਦ ਚੱਕੋਵਾਲ ਸ਼ੇਖਾਂ। ਮਤਲਬ ਮੈਨੂੰ ਇਹਦਾ ਯਾਦ ਹੈ ਕਿ ਮੈਂ ਘੱਟੋ ਘੱਟ ਨਹੀਂ 8-9 ਗਰਾਊਂਡਾਂ ਦੇ ਵਿੱਚ ਗਿਆ। ਔਰ ਉਹ ਗਰਾਊਂਡਾਂ ਵਿੱਚ ਜਾ ਕੇ ਮੈਨੂੰ ਇੱਕ ਗੱਲ ਇਹ ਬਹੁਤ ਕਲੀਅਰ ਸੀਗੀ, ਮੇਰਾ ਵਿਜ਼ਨ ਬਹੁਤ ਕਲੀਅਰ ਸੀਗਾ ਕਿ ਮੈਂ ਜਿਹੜੀ ਕੋਚਿੰਗ ਕਰਨੀ ਆ ਉਹ ਇੰਟਰਨੈਸ਼ਨਲ ਪਲੇਅਰਾਂ ਲਈ ਕਰਨੀ ਹੈ। ਕਿਉਂਕਿ ਮੈਨੂੰ ਇਹ ਮੇਰੇ ਦਿਮਾਗ ਵਿੱਚ ਇਹ ਗੱਲ ਹੈਗੀ ਆ ਕਿ ਅਗਰ ਮੈਂ ਕਿਸੇ ਨੂੰ ਪਲੇਅਰ ਬਣਾਉਣਾ ਆ ਤਾਂ ਮੈਨੂੰ ਆਪਣਾ ਗਰਾਊਂਡ ਚਾਹੀਦਾ, ਮੈਨੂੰ ਆਪਣਾ ਟਾਈਮ ਚਾਹੀਦਾ। ਕਿਉਂਕਿ ਮੈਂ 2 ਘੰਟਿਆਂ ਦੇ ਵਿੱਚ ਕਿਸੇ ਨੂੰ ਮਤਲਬ ਨਹੀਂ ਬਣਾ ਸਕਦਾ ਪਲੇਅਰ। ਮੈਨੂੰ ਘੱਟੋ ਘੱਟ ਨਹੀਂ 8-10 ਘੰਟੇ ਚਾਹੀਦੇ ਆ ਕਿ 8-10 ਘੰਟੇ ਵਿੱਚੋਂ ਮੇਰੇ ਕੋਲ ਬੱਚਾ 4-5-6 ਘੰਟੇ ਲਈ ਆਵੇ ਜਿਹਨੂੰ ਮੈਂ ਹੁਣ ਤਿਆਰ ਕਰ ਸਕਾਂ ਤਾਂ ਉਹ ਆਪਣੇ ਕਿਸੇ ਮਕਾਮ ਤੇ ਪਹੁੰਚ ਸਕੇ। ਇਸ ਕਰਕੇ ਵੀ ਮੈਨੂੰ ਆਪਣੀ ਜ਼ਮੀਨ ਖਰੀਦਣੀ ਪਈ, ਆਪਣਾ ਗਰਾਊਂਡ ਬਣਾਉਣਾ ਪਿਆ ਕਿ ਮੈਂ ਆਪਣੀ ਪੂਰਾ ਫਰੀडम ਆਪਣੀ ਕੋਚਿੰਗ 'ਚ ਲੈ ਕੇ ਆਵਾਂ ਕਿ ਮੈਂ ਆਪਣੇ ਪਲੇਅਰ ਤਿਆਰ ਕਰਾਂ। ਬਲੂ ਸਾਹਿਬ ਬਹੁਤ ਵਧੀਆ ਤੁਸੀਂ ਬਲਾਜੀ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਦੱਸਿਆ। ਹੁਣ ਅਸੀਂ ਜਿਸ ਜਗ੍ਹਾ ਤੇ ਬੈਠੇ ਆ C&B ਇੱਥੇ ਬੈਠੇ ਆ, ਇਹ ਬਹੁਤ ਵਧੀਆ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਦਰਸ਼ਕਾਂ ਨੂੰ ਤੁਹਾਡੀ ਜਿਹੜੀ ਲੋਕੇਸ਼ਨ ਤਿਆਰ ਕੀਤੀ ਗਈ ਆ, ਵੱਖਰੇ ਜਿਹੜੇ ਤੁਸੀਂ ਦਰਸ਼ਕਾਂ ਦੇ ਲਈ ਪਲੇਅਰਸ ਦੇ ਬੈਠਣ ਲਈ ਕੀਤਾ ਗਿਆ, ਅਸੀਂ ਉਹ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ। ਪਰ ਆਪਾਂ ਇਹ ਗੱਲ ਕਰੀਏ ਜਿਹੜਾ ਇਹ ਤੁਸੀਂ ਛੋਟੇ ਅੰਡਰ 14 ਦੇ ਆ, ਅੰਡਰ 18 ਦੇ ਆ ਜਾਂ ਵੱਡੇ ਬੱਚਿਆਂ ਲਈ ਗਰਾਊਂਡਸ ਤਿਆਰ ਕੀਤੀਆਂ ਕ੍ਰਿਕਟ ਦੀਆਂ ਤੇ ਨਾਲ ਹੋਰ ਫੈਸਿਲਿਟੀਜ਼ ਜਿਹੜੀਆਂ ਤੁਸੀਂ ਪ੍ਰੋਵਾਈਡ ਕਰ ਰਹੇ ਹੋ, ਇਹ ਜਿਹੜਾ ਪਲੈਨਿੰਗ ਕੀਤੀ ਆ ਕੀ ਤੁਹਾਡੀ ਜਿਹੜੀ ਸਾਰੀ ਪ੍ਰਾਪਰਟੀ ਤੁਸੀਂ ਇਹ ਤੁਹਾਡੀ ਨਿੱਜੀ ਪ੍ਰਾਪਰਟੀ ਹੈ? ਹਾਂਜੀ ਬਿਲਕੁਲ ਮੇਰੀ ਨਿੱਜੀ ਪ੍ਰਾਪਰਟੀ ਹੈ। ਔਰ ਮੈਂ ਇਹ ਚਾਹਨਾ ਹੈ ਕਿਉਂਕਿ ਮੈਂ ਇੱਕ ਕਲਚਰ ਨੂੰ ਦੇਖਿਆ, ਕਿਉਂਕਿ ਮੈਂ ਇੰਗਲੈਂਡ ਦੇ ਵਿੱਚ ਮੈਂ ਜਾਂਦਾ ਰਿਹਾ, ਇੰਗਲੈਂਡ ਦੇ ਵਿੱਚ ਮੈਂ ਕੋਚਿੰਗ ਕੀਤੀ ਹੈ। ਇੰਗਲੈਂਡ ਤੋਂ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਈ। ਇੰਗਲੈਂਡ ਦੇ ਬੱਚੇ ਇੱਥੇ ਇਸ ਗਰਾਊਂਡ ਦੇ ਵਿੱਚ ਇਸ ਜਗ੍ਹਾ ਤੋਂ ਮਤਲਬ ਕੋਚਿੰਗ ਮੇਰੇ ਤੋਂ ਲੈ ਕੇ ਗਏ ਆ। ਉੱਥੇ ਕਲਚਰ ਇਹ ਹੈ ਕਿ ਜਦੋਂ ਛੋਟੇ ਬੱਚਿਆਂ ਨੂੰ ਜਦੋਂ ਗਰਾਊਂਡ ਮਿਲਦੀ ਹੈ ਤੇ ਉਹਨਾਂ ਦਾ ਕੌਨਫੀਡੈਂਸ ਜਿਹੜਾ ਹੈਗਾ ਉਹਨਾਂ ਦਾ ਅਪ ਹੁੰਦਾ। ਜਦੋਂ ਅਸੀਂ ਛੋਟਿਆਂ ਨੂੰ ਵੱਡਿਆਂ 'ਚ ਖਿਲਾਉਂਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਉਹਦਾ ਕੌਨਫੀਡੈਂਸ ਹੋ ਜਾਂਦੇ ਆ ਤੇ ਉਹ ਕਦੀ ਜਿਹੜਾ ਡਰ ਹੈ ਉਹ ਇੱਕ ਡਰ ਹਮੇਸ਼ਾ ਹੀ ਇੱਕ ਵਾਰੀ ਪਲੇਅਰ ਨੂੰ ਪੈ ਗਿਆ ਉਹ ਫਿਰ ਮੁੜ ਕੇ ਨਿਕਲਦਾ ਨਹੀਂ ਹੈ। ਇਸ ਕਰਕੇ ਅਸੀਂ ਇਹ ਗਰਾਊਂਡਾਂ ਵੱਖਰੀਆਂ ਬਣਾਉਂਦੇ ਆ, ਉਹ ਬਣਾ ਰਹੇ ਆ ਕਿ ਅੰਡਰ 14 ਦਾ ਗਰਾਊਂਡ ਅਲੱਗ ਹੋਵੇ, 19 ਦਾ ਅਲੱਗ ਹੋਵੇ, ਸੀਨੀਅਰ ਦਾ ਅਲੱਗ ਹੋਵੇ। ਸਰ ਆਪਾਂ ਇਹ ਗੱਲ ਕਰੀਏ, ਇਹਦੇ ਲਈ ਤੁਸੀਂ ਜਿਹੜੀ ਨਿੱਜੀ ਪ੍ਰਾਪਰਟੀ ਹੈ ਨਿੱਜੀ ਤੌਰ ਤੇ ਤਿਆਰ ਕਰਦੇ ਹੋ, ਕੀ ਤੁਹਾਨੂੰ ਸਮਾਜਿਕ ਜਾਂ ਕਿਸੇ ਹੋਰ ਸੰਸਥਾ ਵੱਲੋਂ ਵੀ ਕੋਈ ਸਪੋਰਟ ਮਿਲਦੀ ਹੈ ਜਾਂ ਤੁਸੀਂ ਲੈਣ ਦੀ ਕਦੀ ਕੋਸ਼ਿਸ਼ ਕੀਤੀ ਹੈ? ਹਾਂ ਨਹੀਂ, ਮੈਨੂੰ ਅਜੇ ਤੱਕ ਸੰਸਥਾ ਕਿਸੇ ਤੋਂ ਵੀ ਕੋਈ ਹੈਲਪ ਨਹੀਂ ਮਿਲੀ। ਮੇਰਾ ਜਿੰਨਾ ਵੀ ਜੋ ਵੀ ਪੈਸਾ ਹੈਗਾ ਉਹ ਮੈਂ ਲੋਨ ਲਿਆ ਹੈ। ਮੈਂ ਸਾਰੀ ਪ੍ਰਾਪਰਟੀ ਜਿਹੜੀ ਬੈਂਕ ਨੂੰ ਦੇ ਕੇ ਜਿਹੜੇ ਸਾਰੇ ਪੈਸੇ ਮੈਂ ਉਹਨਾਂ ਦੇ ਅਗੇਂਸਟ ਲਈ ਆ, ਪ੍ਰਾਪਰਟੀ ਦੇ ਅਗੇਂਸਟ ਲਏ ਆ। ਹਾਂ ਮੈਂ ਸੋਨਾਲੀਕਾ ਦਾ ਮੈਂ ਇੱਥੇ ਬੋਲੂੰਗਾ ਕਿ ਸੋਨਾਲੀਕਾ ਨੇ ਮੈਨੂੰ ਮਤਲਬ ਪਿਛਲੇ ਲਾਸਟ 2 ਟੂਰਨਾਮੈਂਟ ਦੇ ਵਿੱਚ ਇਹ ਹਰ ਸਾਲ ਉਹ ਲੱਖ ਰੁਪਈਆ ਸਾਨੂੰ ਦਿੰਦੇ ਆ ਜਦੋਂ ਅਸੀਂ ਟੂਰਨਾਮੈਂਟ ਕਰਾਉਂਦੇ ਆ। ਮੈਂ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਗੇ ਆ ਕੇ ਸਪੋਰਟ ਕੀਤਾ ਕਿ ਹਾਂਜੀ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ। ਉਹਨਾਂ ਨੇ ਜਾ ਕੇ ਗਰਾਊਂਡ ਦੇਖੀ, ਉਹਨਾਂ ਨੇ ਦੇਖਿਆ ਕਿ ਵਾਕਈ ਬੰਦਾ ਪੈਸ਼ਨੇਟ ਹੈ, ਇਹ ਬੰਦੇ ਨੇ ਆਪ ਸਿੰਗਲ ਹੈਂਡਡ ਹੋ ਕੇ ਇੰਨਾ ਕੁਝ ਕ੍ਰਿਕਟ ਦੇ ਲਈ ਕੀਤਾ ਤੇ ਸਾਨੂੰ ਵੀ ਇਹਨਾਂ ਦਾ ਯੋਗਦਾਨ ਕਰਨਾ ਚਾਹੀਦਾ। ਤਾਂ ਮੈਂ ਤਹਿ ਦਿਲੋਂ ਮੈਂ ਸੋਨਾਲੀਕਾ ਦਾ ਬਹੁਤ ਥੈਂਕਸ ਹੈ ਮਿੱਤਲ ਸਾਹਿਬ ਦਾ ਕਿ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ। ਬਲਰਾਜ ਬੱਲੂ ਜੀ ਤੁਸੀਂ ਜਿੱਥੇ ਤੁਹਾਡੇ ਸਹਿਯੋਗੀ ਸੱਜਣ ਨੇ ਮਾਈਕ ਤੌਰ ਤੇ ਤੁਹਾਡੇ ਸਹਿਯੋਗ ਕਰਦੇ ਨੇ, ਉੱਥੇ ਅਸੀਂ ਇਸ ਗੱਲਬਾਤ ਤੋਂ ਪਹਿਲਾਂ ਤੁਹਾਡੇ ਪਰਿਵਾਰ ਬਾਰੇ ਗੱਲ ਕੀਤੀ ਆ। ਮੈਡਮ ਤੁਹਾਡੇ ਵਾਈਫ ਨੇ ਉਹ ਤੁਹਾਡਾ ਪੂਰਾ ਸਹਿਯੋਗ ਕਰਦੇ ਨੇ, ਉਹ ਉਹਨਾਂ ਬਾਰੇ ਤੁਸੀਂ ਦੱਸੋ ਕਿ ਤੁਹਾਡੀ ਮੈਰਿਜ ਕਦੋਂ ਹੋਈ ਤੇ ਇਸ ਵੇਲੇ ਤੁਹਾਡੇ ਤੱਕ ਕਿਵੇਂ ਉਹ ਤੁਹਾਡੇ ਨਾਲ ਸਹਿਯੋਗ ਕਰਦੇ ਨੇ, ਕਿਸ ਤਰ੍ਹਾਂ ਜਿਹੜਾ ਤੁਹਾਡਾ ਪਰਿਵਾਰਕ ਜਿਹੜਾ ਜੀਵਨ ਕਿਸ ਤਰ੍ਹਾਂ ਇਸ ਕ੍ਰਿਕਟ ਨੂੰ ਲੈ ਕੇ ਨਿਰਵਾਹ ਹੋਇਆ? ਬਿਲਕੁਲ ਮੇਰੇ ਫਾਦਰ ਸਾਹਿਬ BBMB ਦੇ ਵਿੱਚ ਜੌਬ ਕਰਦੇ ਸੀਗੇ। ਉਹ ਬਿਲਕੁਲ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ। ਉਹਨਾਂ ਨੂੰ ਗਰਾਊਂਡ ਦਾ ਜਾਂ ਕ੍ਰਿਕਟ ਦਾ ਪਤਾ ਨਹੀਂ ਸੀਗਾ, ਬਟ ਮੇਰੇ ਕੋਚ ਸਾਹਿਬ ਨੂੰ ਪਤਾ ਸੀਗਾ। ਬਟ 2005 ਵਿੱਚ ਮੇਰੀ ਵਿਆਹ ਹੋਇਆ ਜੀ। 2005 ਵਿੱਚ ਵਿਆਹ ਹੋਣ ਤੋਂ ਬਾਅਦ ਮੈਂ ਆਪਣੀ ਵਾਈਫ ਨੂੰ ਉਹਨਾਂ ਨੂੰ ਇਹੀ ਦੱਸਿਆ ਕਿ ਜਿਹੜੀ ਮੇਰੀ ਪਹਿਲੀ ਵੋਟੀ ਆ ਉਹ ਮੇਰੀ ਉਹ ਗਰਾਊਂਡ ਹੈ ਔਰ ਸੈਕਿੰਡ ਤੁਸੀਂ ਆ। ਔਰ ਇਹ ਗੱਲ ਨੂੰ ਲੈ ਕੇ ਸ਼ਾਇਦ ਮੇਰੇ ਮਦਰ ਇਨ ਲਾ ਵੀ ਬਹੁਤ ਹੱਸੇ, ਸਾਰੇ ਹੱਸੇ ਕਿ ਇਹ ਬੱਚੇ ਨੇ ਕੀ ਗੱਲ ਕਹੀ ਹੈ। ਉਹ ਬਹੁਤ ਟਰੂ ਸੀਗਾ ਕਿਉਂਕਿ ਮੈਂ ਆਪਣੀ ਗਰਾਊਂਡ ਨੂੰ ਵਾਕਈ ਮੈਂ ਆਪਣੀ ਪਹਿਲੀ ਜਨਾਨੀ ਮੰਨਦਾ, ਮੈਂ ਹਰ ਚੀਜ਼ ਪਹਿਲਾਂ ਮੰਨਦਾ ਹੈ। ਬਟ ਉਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ ਕਿਉਂਕਿ ਜਦੋਂ ਮੈਂ ਕੋਚਿੰਗ ਕਰਦਾ ਸੀਗਾ ਔਰ ਉਹਨਾਂ ਨੂੰ ਪਤਾ ਸੀਗਾ ਕਿ ਇਹ ਬੰਦਾ ਕੋਚਿੰਗ ਕਰਦਾ ਹੈਗਾ ਪੈਸ਼ਨੇਟ ਨਾਲ, ਇਹਨੂੰ ਅਲੱਗ-ਅਲੱਗ ਗਰਾਊਂਡਾਂ ਜਾਣਾ ਪੈਂਦਾ। ਔਰ ਇਹਨੇ ਇੱਕ ਹੁਣ ਡਿਸੀਜਨ ਲੈ ਲਿਆ ਕਿ ਮੈਂ ਗਰਾਊਂਡ ਬਣਾਉਣੀ ਹੈ। ਔਰ ਗਰਾਊਂਡ ਬਣਾਉਣਾ ਆਸਾਨ ਨਹੀਂ ਹੈ ਭਾਜੀ, ਬਹੁਤ ਮੁਸ਼ਕਿਲ ਹੈ। ਇੱਕ ਆਪਾਂ ਘਰ ਦਾ ਲਾਉਣ ਨਹੀਂ ਸਾਡਾ ਕੋਈ ਕੰਮ ਹੁੰਦਾ, ਇਹ ਤਾਂ ਗਰਾਊਂਡ ਹੈ। ਪਰ ਮੇਰੀ ਵਾਈਫ ਨੇ, ਮੈਂ ਇੱਥੇ ਪ੍ਰਵੀਨ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਥੈਂਕ ਗੋਡ ਪਰਮਾਤਮਾ ਦਾ, ਇੰਨਾ ਅੱਛਾ ਮੇਰਾ ਲਾਈਫ ਪਾਰਟਨਰ ਹੈ ਕਿ ਉਹਨਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਇਹ ਸਾਰੀਆਂ ਗਰਾਊਂਡਾਂ ਤਿਆਰ ਕੀਤੀਆਂ। ਉਹਨਾਂ ਨੇ ਮਤਲਬ ਅਗਰ ਮੈਂ 10 ਘੰਟੇ ਟਰੈਕਟਰ ਚਲਾਇਆ ਤਾਂ 5 ਘੰਟੇ ਉਹਨਾਂ ਨੇ ਟਰੈਕਟਰ ਚਲਾਇਆ ਕਿਉਂਕਿ ਉਹ ਮੇਰੇ ਤੋਂ ਅੱਛੀ ਡਰਾਈਵਿੰਗ ਕਰ ਲੈਂਦੇ, ਕਾਰ ਵੀ ਇਵਨ ਚਲਾ ਲੈਂਦੇ ਆ ਔਰ ਉਹ ਟਰੈਕਟਰ ਵੀ ਚਲਾ ਲੈਂਦੇ ਆ। ਔਰ ਉਹਨਾਂ ਨੇ ਮੇਰੇ ਹਰ ਦੁੱਖ ਔਰ ਸੁੱਖ ਦੇ ਵਿੱਚ ਮੇਰਾ ਸਾਥ ਦਿੱਤਾ। ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅੱਜ ਤੋਂ ਬਾਅਦ ਅਗਰ ਇਹ ਤੁਹਾਡਾ ਸੁਪਨਾ ਨਹੀਂ, ਇਹ ਮੇਰਾ ਸੁਪਨਾ ਹੈਗਾ, ਮੈਂ ਤੁਹਾਡਾ ਸੁਪਨਾ ਜੀਊਂਗੀ, ਮੈਂ ਤੁਹਾਡੇ ਨਾਲ ਰਹੂੰਗੀ ਔਰ ਅੱਜ ਤੱਕ ਮੇਰੇ ਨਾਲ ਹੈ ਜੀ।
ਬਲਾ ਬਲੋ ਜੀ ਆਪਾਂ ਗੱਲ ਕਰੀਏ ਇਹਦੀ ਕ੍ਰਿਕਟ ਦੇ ਭਵਿੱਖ ਦੀ, ਫੁੱਟਬਾਲ ਦੇ ਭਵਿੱਖ ਦੀ, ਕਬੱਡੀ ਦੀ। ਅਕਸਰ ਜਿਹੜੇ ਸਾਡੇ ਪੰਜਾਬ ਦੇ ਲੋਕ ਆ, ਕਿਸਾਨ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਲੋਕ ਖੇਡਦੇ ਆ, ਕਬੱਡੀ ਖੇਡਦੇ ਆ। ਕਬੱਡੀ 'ਚ ਬਹੁਤ ਵੱਡਾ ਭਵਿੱਖ ਆ, ਫੁੱਟਬਾਲ 'ਚ ਬਿਲਕੁਲ ਜ਼ਿਆਦਾ ਭਵਿੱਖ ਆ। ਉਹਨਾਂ ਖੇਡਾਂ ਦੇ ਮੁਕਾਬਲੇ ਕ੍ਰਿਕਟ ਦੇ ਵਿੱਚ ਕਿੰਨਾ ਜਿਹੜਾ ਭਵਿੱਖ ਆ, ਜਿਹੜਾ ਆਪਣੇ ਪੰਜਾਬ ਦੀ ਗੱਲ। ਹਾਂਜੀ, ਮੈਂ ਪੰਜਾਬ ਦੀ ਗੱਲ ਕਰਦਾ, ਬਹੁਤ ਅੱਛਾ ਭਵਿੱਖ ਹੈ ਜੀ, ਬਹੁਤ ਅੱਛਾ ਭਵਿੱਖ ਹੈ ਕ੍ਰਿਕਟ ਦੇ ਵਿੱਚ। ਮੈਂ ਸਾਰਿਆਂ ਨੂੰ ਹਮੇਸ਼ਾ ਇਹ ਗੱਲ ਕਹਿਣਾ ਕਿ ਇਹ ਬਿਗ ਇੰਡਸਟਰੀ ਹੈ, ਬਹੁਤ ਵੱਡਾ ਇੰਡਸਟਰੀ ਹੈ। ਇਹ ਨਾ ਸੋਚੋ ਕਿ ਅਗਰ ਤੁਸੀਂ ਕੱਪੜੇ ਪਾਏ ਆ ਜਾਂ ਕ੍ਰਿਕਟ ਖੇਲਣ ਦੇ ਨਾਲ ਹੀ ਤੁਸੀਂ ਸੈੱਟ ਡਾਊਨ ਹੋਣੇ। ਕ੍ਰਿਕਟ ਗਰਾਊਂਡ ਦੇ ਵਿੱਚ ਆਉਣਾ, ਗਰਾਊਂਡ ਵਿੱਚ ਆਉਣਾ ਮਤਲਬ ਤੁਸੀਂ ਇੱਕ ਲੀਡਰ ਤਿਆਰ ਹੋਣੇ ਆ। ਲੀਡਰ ਤਿਆਰ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਹਰ ਕੰਮ ਦੇ ਵਿੱਚ ਲੀਡ ਆ, ਤੁਸੀਂ ਲੀਡ ਹੀ ਕਰਨਾ ਹੈ। ਤੁਸੀਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕ੍ਰਿਕਟ ਖੇਲਦੇ ਹੋ ਤਾਂ ਤੁਸੀਂ ਇੰਡੀਆ ਹੀ ਖੇਲਣਾ। ਇਹ ਗੱਲ ਮੈਂ ਹਰ ਪੇਰੈਂਟਸ ਨੂੰ ਕਹਿਣਾ, ਹਰ ਬੱਚੇ ਨੂੰ ਕਹਿਣਾ ਕਿ ਜੇ ਤੁਸੀਂ ਗਰਾਊਂਡ ਦੇ ਵਿੱਚ ਆਏ ਆ ਕ੍ਰਿਕਟ ਖੇਲਣਾ, ਤੁਸੀਂ ਪੰਚੁਅਲਿਟੀ ਆਪਣਾ ਸਿੱਖੋਗੇ, ਤੁਸੀਂ ਡਿਸਪਲਿਨ ਸਿੱਖੋਗੇ, ਤੁਸੀਂ ਚਾਰ ਬੰਦੇ ਵਿੱਚ ਗੱਲ ਕਰਨੀ ਸਿੱਖੋਗੇ, ਤੁਸੀਂ ਕੁਝ ਹਰ ਚੀਜ਼ ਤੁਹਾਨੂੰ ਉਹ ਸਿੱਖਣ ਨੂੰ ਮਿਲੇਗੀ। ਰਹਿ ਗਿਆ ਫਿਊਚਰ ਸਰ, ਬਹੁਤ ਵੱਡੀ ਇੰਡਸਟਰੀ। ਅੱਜ IPL ਨੇ ਇੱਕ ਬਹੁਤ ਵੱਡਾ ਇੱਕ ਪਲੇਟਫਾਰਮ ਤਿਆਰ ਕਰਤਾ ਕ੍ਰਿਕਟ ਲਈ। ਅੱਜ ਉਹ ਪੰਜਾਬ ਦੇ ਬੱਚੇ ਵੀ ਖੇਲਦੇ ਪਏ ਆ। ਕਿੰਗਸ 11 ਪੰਜਾਬ ਦੀ ਇੱਕ ਅਲੱਗ ਟੀਮ ਹੈ, ਉਹਦੇ ਵਿੱਚ ਪੰਜਾਬ ਦੇ ਬੱਚੇ ਖੇਲਦੇ ਆ, ਬਾਹਰਲੇ ਵੀ ਖੇਲਦੇ ਆ। ਬਟ ਉਹ ਇੱਕ ਅਪਰਚੂਨਿਟੀ ਜਿਹੜੀ ਆ ਹਰ ਇੱਕ ਪਲੇਅਰ ਦੇ ਲਈ ਹੈਗੀ ਆ। ਤੇ ਮੇਰੇ ਹਿਸਾਬ ਨਾਲ ਅਗਰ ਬੱਚੇ ਅਗਰ ਪੂਰੀ ਡੈਡੀਕੇਸ਼ਨ ਦੇ ਨਾਲ ਮਿਹਨਤ ਕਰਨ ਤੇ ਉਹ ਬਿਲਕੁਲ 101% ਆਪਣਾ ਕੈਰੀਅਰ ਬਣਾ ਸਕਦੇ ਆ। ਸਰ ਆਪਾਂ ਗੱਲ ਕਰਦੇ ਹਾਂ, ਜਦੋਂ ਦਾ ਤੁਹਾਡਾ ਕਾਰਜਕਾਲ ਜਿਹੜਾ ਕੈਰੀਅਰ ਹੈਗਾ, ਤੁਸੀਂ ਹੁਣ ਤੱਕ ਕ੍ਰਿਕਟ ਦੇ ਵਿੱਚ ਕਿੰਨੇ ਕੁ ਖਿਡਾਰੀ ਪੈਦਾ ਕਰ ਚੁੱਕੇ ਹੋ ਔਰ ਕਿੰਨੇ ਜਿਹੜੇ ਨੈਸ਼ਨਲ ਜਾਂ ਇੰਟਰਨੈਸ਼ਨਲ ਖਿਡਾਰੀ ਹੋ ਚੁੱਕੇ ਆ? ਹਾਂਜੀ, ਇਹ ਬਹੁਤ ਵੱਡਾ ਤੁਹਾਡਾ ਸਵਾਲ ਹੈ। ਮੈਂ ਦੇਖੋ ਸਰ, ਮੈਂ ਨਾਮ ਤਾਂ ਨਹੀਂ ਲੈ ਸਕਦਾ, ਬਟ ਹਾਂ ਮੈਂ ਇਹ ਕਹਿ ਸਕਦਾ ਕਿ ਮੈਂ 3 ਇੱਦਾਂ ਦੇ ਪਲੇਅਰ ਦਿੱਤੇ ਆ ਜਿਹੜੇ ਅੰਡਰ 15 ਇੰਡੀਆ ਖੇਲੇ ਆ, ਅੰਡਰ 19 ਇੰਡੀਆ ਖੇਲੇ ਆ। ਔਰ ਬਾਕੀ ਜਿਹੜੇ ਹੈਗੇ ਆ ਡਿਸਟ੍ਰਿਕਟ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ ਮੇਰੇ ਘੱਟੋ ਘੱਟ ਨਹੀਂ 30 ਤੋਂ 40 ਬੱਚੇ ਹੋਣੇ ਆ। ਔਰ ਜਿਹੜੇ ਅਬਰੋਡ ਹੈ ਉਹ ਵੀ ਕਾਉਂਟੀ, ਜਿਹੜੇ ਜਿਹਨਾਂ ਨੂੰ ਅਸੀਂ ਕਾਉਂਟੀ ਕਹਿੰਦੇ ਇੰਗਲੈਂਡ ਦੇ ਵਿੱਚ, ਉਹ ਵੀ ਮੇਰੇ ਘੱਟੋ ਘੱਟ 17 ਤੋਂ 18 ਮੇਰੇ ਪਲੇਅਰ ਹੈਗੇ ਆ ਜਿਹੜੇ ਉੱਥੇ ਖੇਲਦੇ ਪਏ ਆ। ਬਲਾਲ ਬੱਲੂ ਜੀ, ਅਸੀਂ ਗੱਲ ਕਰੀਏ, ਤੁਸੀਂ ਹੁਣੇ ਗੱਲ ਕੀਤੀ ਹੈ ਵੀ ਮੈਂ ਨਾਂ ਨਹੀਂ ਲੈ ਸਕਦਾ। ਅਸੀਂ ਜਿਹੜੀ ਕੋਸ਼ਿਸ਼ ਕੀਤੀ ਹੈ, ਉਪਰਾਲਾ ਕੀਤਾ, ਅਸੀਂ ਬਲਾਲ ਬੱਲੂ ਦੀ ਜਿਹੜੀ ਸ਼ਖਸੀਅਤ ਹੈ ਲੋਕਾਂ ਤੱਕ, ਆਵਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਨੂੰ ਲੱਗਦਾ ਕੋਈ ਤੁਹਾਡਾ ਪਲੇਅਰ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡਿਆ ਜਾਂ ਤੁਹਾਡੇ ਰਾਹੀਂ ਖੇਡਿਆ ਜਾਂ ਤੁਹਾਡੇ ਅੰਡਰ ਖੇਡਿਆ, ਤੇ ਮੈਂ ਸਮਝਦਾ ਤੁਸੀਂ ਉਹਨਾਂ ਦੇ ਨਾਂ ਜ਼ਰੂਰ ਲਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਸ ਬਲਾਲ ਬੱਲੂ ਦੇ ਨਾਲ ਅਸੀਂ ਗੱਲ ਕੀਤੀ ਆ ਉਹ ਇਸ ਲੈਵਲ ਦੇ ਕੋਚ ਨੇ ਜੀ। ਹਾਂਜੀ, ਨਹੀਂ ਮੈਂ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਮੈਂ ਨਾਮ ਇਸ ਕਰਕੇ ਨਹੀਂ ਲੈਣਾ ਚਾਹੁੰਦਾ ਕਿ ਕਿਉਂਕਿ ਕੋਚਿੰਗ ਦੇ ਵਿੱਚ ਇੱਕ ਬਹੁਤ ਅੱਛੀ ਮੈਂ ਚੀਜ਼ ਸਿੱਖੀ ਆ ਆਪਣੇ 21 ਸਾਲ ਦੇ ਕੈਰੀਅਰ ਦੇ ਵਿੱਚ ਕਿ ਜਦੋਂ ਤੁਸੀਂ ਅੰਡਰ 19 ਤੱਕ ਈਵਨ ਕਿ ਅਡਲਟ ਜਦੋਂ 18 ਸਾਲ ਤੱਕ ਜਿਹੜਾ ਬੱਚਾ ਆ ਉਹ ਤੁਹਾਡੇ ਨਾਲ ਚੱਲਦਾ ਆ, ਤੁਹਾਨੂੰ ਸਿੱਖਦਾ ਆ, ਤੁਹਾਨੂੰ ਹਰ ਚੀਜ਼ ਮੰਨਦਾ। ਬਟ ਜਦੋਂ 18 ਸਾਲ ਤੋਂ ਬਾਅਦ ਉਹਨੂੰ ਇਦਾਂ ਲੱਗਦਾ ਕਿ ਮੈਂ ਹੀ ਆਪਣੇ ਆਪ ਨੂੰ ਬਣਾਇਆ। ਬੜੀ ਥੈਂਕਲੈਸ ਜੌਬ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਇੱਕ ਥੈਂਕਲੈਸ ਜੌਬ ਹੈ। ਇੱਕ ਜਿੱਦਾਂ ਇੱਕ ਟੀਚਰ ਆਪਣੇ ਸਿਰ ਦੇ ਉੱਤੇ ਇੱਕ ਕੈਂਡਲ ਲਾ ਕੇ ਆਪਣੇ ਬੱਚਿਆਂ ਨੂੰ ਇੱਕ ਲਾਈਟ ਦਿੰਦਾ, ਸੇਮ ਮੇਰੇ ਨਾਲ ਵੀ ਇਦਾਂ ਹੀ ਹੋਇਆ। ਤਾਂ ਪਰ ਮੈਨੂੰ ਕਿਤੇ ਨਾ ਕਿਤੇ ਆਪਣੇ ਆਪ ਅੰਦਰ ਹਨੇਰਾ ਨਜ਼ਰ ਆਇਆ ਕਿ ਨਹੀਂ, ਮੈਨੂੰ ਮੇਰੇ ਨਾਲ ਉਹ ਬੱਚੇ ਹੋਣੇ ਚਾਹੀਦੇ ਸੀਗੇ। ਬਟ ਅੱਜ ਜੇ ਨਹੀਂ ਹੈ ਉਹ, ਲੇਕਿਨ ਗੋਡ ਬਲੈਸ them, ਮੈਂ ਕਹਿੰਦਾ ਉਹ ਰਾਜੀ ਰਹਿਣ, ਇੰਡੀਆ ਵਾਸਤੇ ਖੇਲਣ। ਮੈਂ ਇਸ ਕਰਕੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ। ਬਾਕੀ ਮੈਨੂੰ ਕੋਈ ਇੱਦਾਂ ਦਾ ਨਹੀਂ ਹੈਗਾ। ਓਕੇ ਜੀ, ਜਿਵੇਂ ਤੁਹਾਡੀ ਇੱਛਾ। ਅਸੀਂ ਬਲਾਲ ਬੱਲੂ ਜੀ ਗੱਲ ਕਰਦੇ ਹਾਂ ਕ੍ਰਿਕਟ ਨੂੰ ਲੈ ਕੇ, ਕਾਫੀ ਗੱਲਾਂ ਜਿਹੜੀਆਂ ਅਹਿਮ ਗੱਲਾਂ ਆ ਜਿਹੜੀਆਂ ਅਸੀਂ ਗੱਲ ਕੀਤੀ, ਤੁਸੀਂ ਉਹਨਾਂ ਨੂੰ ਬੜੇ ਤਫਸੀਲ ਨਾਲ ਦੱਸਿਆ ਜੀ ਸਰ। ਅਗਰ ਇਸ ਗੱਲਬਾਤ ਦੇ ਦੌਰਾਨ, ਇਸ ਗੁਫ਼ਤਗੂ ਦੇ ਦੌਰਾਨ ਜਿਹੜੀ ਕ੍ਰਿਕਟ ਨਾਲ ਰਿਲੇਟਡ ਚੀਜ਼ ਆ ਮੈਂ ਪੁੱਛਣੀ ਰਹਿ ਗਿਆ ਤੇ ਤੁਸੀਂ ਉਹ ਦੱਸਣਾ ਚਾਹੁੰਦੇ ਹੋ ਜਾਂ ਸਾਡੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ ਇਸ ਖੇਡ ਪ੍ਰਤੀ, ਉਹਦੇ ਬਾਰੇ ਜ਼ਰੂਰ ਤੁਸੀਂ। ਹਾਂ, ਮੈਂ ਜ਼ਰੂਰ ਦੱਸਣਾ ਚਾਹੁੰਦਾ, ਮੈਂ ਮੈਸੇਜ ਦੇਣਾ ਚਾਹੁੰਦਾ, ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ, ਆਪਣੇ ਸਮਾਜ ਨੂੰ, ਆਪਣੀ ਸੁਸਾਇਟੀ ਨੂੰ, ਆਪਣੇ ਪੰਜਾਬ ਦੇ ਲੋਕਾਂ ਨੂੰ। ਉਹ ਇਹ ਆ ਕਿ ਗਰਾਊਂਡ ਨਾਲ ਜ਼ਰੂਰ ਜੁੜੋ। ਮੈਂ ਇਹ ਗੱਲ ਕਹਿਣਾ ਕਿ ਅਗਰ ਇੱਕ ਘਰ ਦੇ ਵਿੱਚ ਇੱਕ ਪਲੇਅਰ ਆ ਜਾਏਗਾ, ਇੱਕ ਪਲੇਅਰ ਤੁਹਾਡਾ ਬਣੇਗਾ ਤੇ ਤੁਹਾਡੇ ਘਰ ਦੇ ਵਿੱਚ ਡਿਸਪਲਿਨ ਆ ਜਾਏਗਾ, ਬਿਮਾਰੀਆਂ ਚਲੇ ਜਾਣਗੀਆਂ ਔਰ ਤੁਹਾਨੂੰ ਪੋਜ਼ਿਟਿਵ એનર્ਜੀ ਆਊਗੀ। ਗਰਾਊਂਡ ਦੇ ਵਿੱਚੋਂ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਉੱਥੋਂ ਨੌਕਰੀਆਂ ਆਪਾਂ ਲੈ ਕੇ ਜਾਂਦੇ ਆ ਜਾਂ ਅਸੀਂ ਉੱਥੇ ਸੈਟਲਮੈਂਟ ਲੈ ਕੇ ਜਾਂਦੇ ਆ ਜਾਂ ਫਿਊਚਰ ਲੈ ਕੇ ਜਾਂਦੇ ਆ। ਨਹੀਂ, ਮੈਂ ਇਹ ਗੱਲ ਕਹਿਣਾ ਕਿ ਤੁਸੀਂ ਗਰਾਊਂਡ ਦੇ ਵਿੱਚੋਂ ਬਹੁਤ ਸਾਰੇ ਸੁੱਖ ਲੈ ਕੇ ਜਾਂਦੇ ਆ, ਤੁਸੀਂ ਪੋਜ਼ਿਟਿਵ ਵਾਈਬਸ ਲੈ ਕੇ ਜਾਂਦੇ ਆ, ਬਿਮਾਰੀਆਂ ਨੂੰ ਖਤਮ ਕਰਕੇ ਜਾਂਦੇ ਆ। ਅੱਜ ਦੇ ਸਮੇਂ ਦੇ ਵਿੱਚ ਇੰਨਾ ਸਟ੍ਰੈਸ ਆ, ਅੱਜ ਸੋਸ਼ਲ ਮੀਡੀਆ ਇੰਨਾ ਹੈਵੀ ਆ, ਹਰ ਬੱਚਾ ਮੋਬਾਈਲ ਦੇ ਨਾਲ ਟੱਚ ਹੈਗਾ। ਕਿਤੇ ਨਾ ਕਿਤੇ ਪੇਰੈਂਟਸ ਜਿਹੜੇ ਹੈਗੇ ਆ ਡਿਪਰੈਸ਼ਨ ਦੇ ਵਿੱਚ ਹੈਗੇ ਆ ਕਿ ਸਾਡਾ ਬੱਚਾ ਦਾ ਕੀ ਬਣੂਗਾ। ਮੈਂ ਉਹ ਸਾਰੇ ਪੇਰੈਂਟਸ ਨੂੰ, ਉਹ ਸਾਰੇ ਬੱਚਿਆਂ ਨੂੰ ਇਹੀ ਮੇਰਾ ਮੈਸੇਜ ਆ, ਉਹ ਗਰਾਊਂਡ 'ਚ ਆਉਣ, ਗਰਾਊਂਡ ਦੇ ਵਿੱਚ ਆ ਕੇ ਆਪਣੇ ਆਪ ਨੂੰ ਫ੍ਰੀ ਕਰਨ, ਸੋਸ਼ਲ ਮੀਡੀਆ ਤੋਂ ਹਟ ਕੇ, ਡਰੱਗਸ ਤੋਂ ਹਟ ਕੇ ਇਹਦੇ ਬਾਰੇ ਸੋਚਣ ਕਿ ਨਹੀਂ ਯਾਰ ਅਸੀਂ ਸਿਹਤ ਵੀ ਬਣਾਉਣੀ ਹੈ। ਕਿਉਂਕਿ ਜੇ ਆਪਾਂ ਸਾਡੀ ਸਿਹਤ ਹੀ ਅੱਛੀ ਨਹੀਂ ਹੈ, ਅਗਰ ਮੈਂ ਸਪੋਜ਼ ਕਰੋ ਮੈਂ ਕੋਈ ਅੱਛੇ ਅਹੁਦੇ ਤੇ ਮੈਂ DC ਹਾਂ, ਮੈਂ ਜਾਂ ਕੋਈ ਇੱਕ PCS ਆਫੀਸਰ ਹਾਂ, IAS ਆਫੀਸਰ ਹਾਂ, ਅਗਰ ਮੈਂ ਡਿਸੀਜਨ ਨਹੀਂ ਲੈ ਸਕਦਾ ਭਾਜੀ ਤੇ ਮੈਂ ਕਾਹਦਾ ਉਹ ਆਫੀਸਰ ਹਾਂ। ਉਹ ਆਫੀਸਰ ਉਹੀ ਅੱਛਾ ਹੋ ਸਕਦਾ ਜਿਹੜਾ ਮੈਂਟਲੀ ਔਰ ਫਿਜ਼ੀਕਲੀ ਸਟਰੋਂਗ ਹੈ। ਇਸ ਕਰਕੇ ਫਿਜ਼ੀਕਲੀ ਔਰ ਮੈਂਟਲੀ ਉਹੀ ਸਟਰੋਂਗ ਹੋ ਸਕਦਾ ਜਿਹੜਾ ਗਰਾਊਂਡ ਨਾਲ ਜੁੜਿਆ ਹੋਇਆ। ਇਸ ਕਰਕੇ ਮੇਰਾ ਸਾਰਿਆਂ ਨੂੰ ਇਹ ਮੈਸੇਜ ਹੈ ਕਿ ਸਾਰੇ ਗਰਾਊਂਡ ਦੇ ਨਾਲ ਜੁੜਨ, ਇਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇੱਕ ਦਾ
ਟਾਈਮ ਆਏਗਾ ਕਿ ਜਿਹੜੇ ਡਾਕਟਰਸ ਜਿਹੜੇ ਅੱਜ ਦਾ ਸਮਾਂ ਹੈ, ਉਹ ਕਹਿੰਦੇ ਆ ਕਿ ਜੇ ਤੁਸੀਂ ਦਵਾਈ ਵੀ ਤੁਹਾਨੂੰ ਤਾਂ ਹੀ ਲੱਗਣੀ ਜੇ ਤੁਸੀਂ ਜਾ ਕੇ ਗਰਾਊਂਡ ਜਾਓਗੇ। ਤਾਂ ਇਸ ਕਰਕੇ ਪਲੀਜ਼ ਇਹਨੂੰ ਟਰਾਈ ਟੂ ਅੰਡਰਸਟੈਂਡ, ਬਟ ਆਮ ਸੇਇੰਗ ਤੁਸੀਂ ਪਲੀਜ਼ ਕਮ ਟੂ ਗਰਾਊਂਡ ਐਂਡ ਇੰਜੋਏ ਯੂਰ ਲਾਈਫ। ਦੋਸਤੋ, ਇਹ ਬਲਾਜ ਬੱਲੂ ਜੀ ਨੇ ਸਾਡੇ ਨਾਲ ਗੱਲ ਕੀਤੀ। ਇਹਨਾਂ ਦੇ ਨਾਲ ਬੈਠੇ ਨੇ ਸਹਾਇਕ ਕੋਚ ਚੰਦਰ ਸ਼ੇਖਰ ਜੀ, ਬ੍ਰਾਈਟ ਫਿਊਚਰ ਆ ਜੰਗ ਨੇ। ਆਪਾਂ ਉਹਨਾਂ ਦੇ ਨਾਲ ਵੀ ਥੋੜੀ ਜਿਹੀ ਗੁਫ਼ਤਗੂ ਕਰਾਂਗੇ ਵੀ ਉਹਨਾਂ ਨੇ ਕ੍ਰਿਕਟ ਨੂੰ ਜੁਆਇਨ ਕੀਤਾ, ਕਿੰਨੀ ਉਹਨਾਂ ਦੀ ਪੜ੍ਹਾਈ ਆ ਤੇ ਕੀ ਬਲਾਜ ਬੱਲੂ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਉਹ ਇਹਨਾਂ ਨੇ ਅਡਾਪਟ ਕੀਤਾ। ਚੰਦਰ ਸ਼ੇਖ ਜੀ, ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਤੁਸੀਂ ਇੱਥੇ CIDB ਦੇ ਵਿੱਚ ਇਹਨਾਂ ਦੇ ਸਹਾਇਕ ਕੋਚ ਹੋ, ਤੁਹਾਡੀ ਪੜ੍ਹਾਈ ਕਿੰਨੀ ਹੈ? ਹਾਂਜੀ, ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ +2 ਕੀਤੀ ਹੋਈ ਹੈ। ਓਕੇ। ਹਾਂਜੀ, +2 ਤੋਂ ਬਾਅਦ ਹੁਣ ਮੈਂ ਨਾਲ ਕੋਚਿੰਗ ਦੇ ਨਾਲ ਜੁੜਿਆ ਹੋਇਆ ਹਾਂ। ਮੈਂ ਟ੍ਰੇਨਿੰਗ ਲੈ ਰਿਹਾ ਸਰ ਤੋਂ। ਵੈਸੇ ਬੇਸਿਕਲੀ ਮੇਰੇ ਗੁਰੂ ਵੀ ਇਹੀ ਹੈ, ਇਹਨਾਂ ਤੋਂ ਹੀ ਮੈਂ ਕ੍ਰਿਕਟ ਸਿੱਖੀ ਹੈ। ਹੁਣ ਮੈਂ ਕੋਚਿੰਗ ਲਾਈਨ ਵੀ ਇਹਨਾਂ ਤੋਂ ਹੀ ਸਿੱਖ ਰਿਹਾ ਹਾਂ। ਜਦੋਂ ਤੁਸੀਂ ਕ੍ਰਿਕਟ ਲਾਈਨ ਜਿਹੜੀ ਜੁਆਇਨ ਕੀਤੀ, ਕੋਚਿੰਗ ਲੈ ਰਹੇ ਹੋ, ਤੁਹਾਡੇ ਮਨ ਦੇ ਵਿੱਚ ਕੀ ਬਲਬਲਾ ਸੀ? ਕੀ ਮੰਨ ਕੇ ਤੁਸੀਂ ਇਸ ਕ੍ਰਿਕਟ ਕੋਚ ਨੂੰ ਕ੍ਰਿਕਟ ਨੂੰ ਜਿਹੜਾ ਅਡਾਪਟ ਕੀਤਾ? ਮੈਂ ਇਸ ਕਰਕੇ ਕੀਤਾ ਕਿ ਇੱਕ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਖੇਡਾਂ ਨਾਲ ਜੁੜਨਾ ਚਾਹੀਦਾ ਜੀ, ਤੇ ਜਿਹਦੇ ਨਾਲ ਫਿਜ਼ੀਕਲ ਬੰਦਾ ਫਿਟ ਰਹਿੰਦਾ ਵਾ, ਮੈਂਟਲੀ ਸਟਰੋਂਗ ਰਹਿੰਦਾ ਵਾ। ਤੇ ਮੈਂ ਕ੍ਰਿਕਟ ਵੀ ਖੇਲੀ ਆ ਤੇ ਇਸ ਕਰਕੇ ਕਹਿੰਦਾ ਕਿ ਕੁਛ ਨਾ ਕੁਛ ਤਾਂ ਮੈਂ ਕ੍ਰਿਕਟ ਵਿੱਚ ਜੋ ਵੀ ਮੈਂ 5-7 ਸਾਲ ਲਾਏ ਆ ਉਹ ਮੈਂ ਕੁਝ ਸਿੱਖਿਆ ਤੇ ਉਸ ਚੀਜ਼ ਨੂੰ ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਉਸ ਚੀਜ਼ ਦਾ ਮੈਨੂੰ ਫਾਇਦਾ ਹੋਵੇ ਤੇ ਇਸੇ ਨੂੰ ਆਪਣਾ ਮੈਂ ਕੈਰੀਅਰ ਬਣਾ ਲਾਂ। ਚੰਦਰ ਸਿੰਘ ਜੀ, ਮੇਰਾ ਸਵਾਲ ਇਹ ਸੀਗਾ ਕਿ ਤੁਸੀਂ ਕ੍ਰਿਕਟ ਅਡਾਪਟ ਕੀਤੀ, ਕ੍ਰਿਕਟ ਨੂੰ ਜੁੜੇ ਹੋ, ਹਾਂਜੀ। ਤੁਹਾਡਾ ਤੁਸੀਂ ਆਲੇ ਜੰਗ ਹੋ, ਤੁਸੀਂ ਤੁਹਾਡਾ ਆਉਣ ਵਾਲਾ ਭਵਿੱਖ ਕੀ ਆ? ਕੀ ਬਣਨਾ ਚਾਹੁੰਦੇ ਹੋ? ਕੀ ਬਲਾਜ ਬੱਲੂ ਦੀ ਤਰ੍ਹਾਂ ਹੀ ਵਰਤਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਹੋਰ ਕ੍ਰਿਕਟ ਨੂੰ ਲੈ ਕੇ ਤੁਸੀਂ ਇਹਦੇ ਵਿੱਚ ਆਏ ਹੋ? ਨਹੀਂ, ਬਿਲਕੁਲ ਸਰ ਨੇ ਬਹੁਤ ਵੱਡਾ ਪਲੇਟਫਾਰਮ ਖੜਾ ਕੀਤਾ ਹੋਇਆ ਤੇ ਮੈਂ ਇਸੇ ਚੀਜ਼ ਨੂੰ ਨਾਲ ਲੈ ਕੇ, ਜਿੱਦਾਂ ਭਾਈ ਦਾ ਇੰਨਾ ਨਾਮ ਆ, ਮੈਂ ਵੀ ਚਾਹੁੰਦਾ ਕਿ ਮੇਰਾ ਵੀ ਨਾਮ ਹੋਵੇ ਤੇ ਮੈਂ ਵੀ ਬੱਚਿਆਂ ਨੂੰ ਕ੍ਰਿਕਟ ਵਿੱਚ ਮੈਂ ਕਰਾ ਸਕਾਂ। ਓਕੇ, ਥੈਂਕ ਯੂ ਚੰਦਰ ਸ਼ੇਖਰ ਜੀ। ਦੋਸਤੋ, ਇਹ ਸਨ ਸਾਡੇ ਸੀਨੀਅਰ ਕ੍ਰਿਕਟ ਦੇ ਕੋਚ, ਜਿਹੜੇ ਨੈਸ਼ਨਲ ਲੈਵਲ ਦੇ ਕੋਚ ਨੇ, ਬਲਰਾਜ ਸਿੰਘ ਬੱਲੂ, ਤੇ ਨਾਲ ਉਹਨਾਂ ਦੇ ਨੇ ਚੰਦਰ ਸ਼ੇਖਰ ਜਿਹੜੇ ਸਹਾਇਕ ਕੋਚ ਨੇ। ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਉਹਨਾਂ ਨੇ ਕੀ ਕਿਹਾ ਤੁਸੀਂ ਦੇਖਿਆ। ਅਸੀਂ ਕੋਸ਼ਿਸ਼ ਹੈ ਵੀ ਜੋ ਇਹਨਾਂ ਨੇ ਗੱਲਬਾਤ ਕੀਤੀ ਆ, ਤੁਸੀਂ ਉਸ ਗੱਲਬਾਤ ਤੋਂ ਸੇਧ ਲੈ ਕੇ ਆਪਣੇ ਲਾਈਫ ਦੇ ਵਿੱਚ, ਚਾਹੇ ਫੁੱਟਬਾਲ ਚੁਣੋ, ਕਬੱਡੀ ਚੁਣੋ ਜਾਂ ਕ੍ਰਿਕਟ ਚੁਣੋ, ਇਹ ਜਿਵੇਂ ਤੁਹਾਨੂੰ ਚੰਗੀ ਲੱਗਦੀ ਆ, ਪਰ ਲਾਸਟ ਦੇ ਵਿੱਚ ਇਹਨਾਂ ਨੇ ਗੱਲ ਜ਼ਰੂਰ ਕੀਤੀ ਆ ਕਿ ਤੁਸੀਂ ਗਰਾਊਂਡ ਨੂੰ ਜੁਆਇਨ ਜ਼ਰੂਰ ਕਰੋ। ਇਹ ਹਰ ਤਰ੍ਹਾਂ ਦਾ ਇਹਦੇ ਵਿੱਚ ਜਿਹੜੀ ਸੁੱਖ ਸੁਵਿਧਾ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਆ। ਪਰ ਨਾਲ ਦੀ ਨਾਲ ਉਹਨਾਂ ਨੇ ਜਿੱਥੇ ਆਪਣੇ ਪਰਿਵਾਰ ਦੀ ਗੱਲ ਕੀਤੀ ਆ, ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਖਿਡਾਰੀ ਜਿਹੜੇ ਉਹਨਾਂ ਨੇ ਖਿਡਵਾਏ ਆ, ਜਿਹੜੇ ਇਸ ਵੇਲੇ ਨੈਸ਼ਨਲ ਲੈਵਲ ਤੇ, ਇੰਡੀਆ ਲੈਵਲ ਤੇ ਖੇਡਦੇ ਨੇ, ਉਹਨਾਂ ਨੇ ਇਹ ਵੀ ਗੱਲ ਕੀਤੀ ਆ ਵੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਵੱਡੀ ਇੱਕ ਅਚੀਵਮੈਂਟ ਹੁੰਦੀ ਆ ਉਸਤਾਦ ਦੀ, ਜਿਹੜਾ ਆਪਣੇ ਬੱਚਿਆਂ ਨੂੰ ਗਾਹਾਂ ਉੱਪਰਦਾ ਦੇਖ ਕੇ ਆਵਾਮ ਦੇ ਵਿੱਚ, ਜਿਹੜਾ ਗਰਾਊਂਡ ਦੇ ਵਿੱਚ ਦੇਖਦਾ, ਇਹ ਇੱਕ ਬਹੁਤ ਵੱਡੀ ਗੱਲ ਆ। ਮੈਂ ਸਮਝਦਾ ਇਹ ਜਿਹੜਾ ਬਲਰਾਜ ਬੱਲੂ ਜੀ ਨੇ ਇਹੋ ਜਿਹੇ 3-4 ਪੁਆਇੰਟ ਆਊਟ ਕੀਤੇ ਆ, ਇਹਨਾਂ ਤੇ ਸਾਡੇ ਦਰਸ਼ਕ, ਸਾਡੇ ਸਰੋਤੇ ਜ਼ਰੂਰ ਆਪਣੇ ਅਮਲ ਕਰਨ ਤੇ ਜੋ ਵੀ ਉਹ ਇਸ ਚੀਜ਼ ਤੋਂ ਵਧੀਆ ਲੱਗਦਾ ਹੈ ਉਹਨੂੰ ਅਡਾਪਟ ਕਰਨ। ਹੁਸ਼ਿਆਰਪੁਰ ਤੋਂ BBC ਪੰਜਾਬ ਲਈ ਦਲਜੀਤ ਅਜਨੋਹਾ।